ਮੰਗਲ ਸਿੰਘ ਸੁਨਾਮੀ ਦੇ। ਉਹਨਾਂ ਨੇ ਮੇਰੇ ਹੱਥ ਵਿੱਚ ਅਲਗੋਜ਼ਿਆਂ ਦੀ ਜੋੜੀ ਫੜਾਈ ਤੇ ਮੈਨੂੰ ਕਿਹਾ ਵੀ ਤੈਂ ਸਿਰਫ ਮੂੰਹ ਦੇ ਵਿੱਚ ਅਲਗੋਜ਼ੇ ਫੜ ਕੇ ਰੱਖਣੇ ਨੇ ਤੇ ਤੇਰੀ ਇਹੀ ਡਿਊਟੀ ਆ। ਜਿਹੜਾ ਸੁਰ ਮੰਗੇਗਾ ਕੋਈ ਵੀ ਆਰਟਿਸਟ ਹੈ ਉਹਨੂੰ ਦੇਣਾ ਪੈਣਾ। ਇਸ ਕਰਕੇ ਇਹ ਸਾਰੇ ਅਲਗੋਜ਼ੇ ਮੇਰੇ ਹੱਥ ਦੇ ਬਣਾਏ ਆ, ਇਹ ਮੈਨੇ ਆਪ ਬਣਾਏ ਆ ਸਾਰੇ, ਕਿਉਂਕਿ ਜਦੋਂ ਕਿਤੇ ਦੁਕਾਨ ਤੋਂ ਖਰੀਦਦੇ ਸੀ ਉਹ ਜਿਹੜਾ ਅਸੀਂ ਸਵਰ ਸਮਝ ਕੇ ਮੁੱਲ ਖਰੀਦਦੇ ਸੀ ਉਹ ਘਰੇ ਆ ਕੇ ਕੁਝ ਹੋਰ ਬੋਲਦਾ ਸੀ। ਇਹਨਾਂ ਦੀ ਕਿਸਮ ਤਾਂ ਇੱਕੋ ਹੀ ਆ, ਕਾਗਜ਼ੀ ਬਾਂਸ ਹੈ ਇਹਦੇ ਵਿੱਚ ਤੇ ਇਸ ਦੇ ਵਿੱਚ ਜਿਹੜਾ ਮੂੰਹ ਦੇ ਵਿੱਚ ਡੱਟ ਪੈਂਦਾ ਉਹ ਕਰੀਰ ਦੀ ਲੱਕੜ ਦਾ ਪੈਂਦਾ ਤੇ ਉਹ ਵੀ ਤਕਰੀਬਨ ਮੇਰਾ ਖਿਆਲ ਦੇ ਵਿੱਚ ਸਾਲ ਸੁੱਕੀ ਹੋਣੀ ਚਾਹੀਦੀ ਹੈ। ਉਤਮ ਸਿੰਘ ਨੇ ਮਾਰੀ ਗੋਲੀ ਇੱਕ ਦਾ ਨਿਸ਼ਾਨਾ ਬਣਾ ਕੇ ਨਿਉਂਦਾ ਮੋੜ ਦਿੱਤਾ, 100 ਦਾ 100 ਪਾ ਕੇ ਨਿਉਂਦਾ ਮੋੜ ਦਿੱਤਾ। ਸਤਿ ਸ੍ਰੀ ਅਕਾਲ। ਪੰਜਾਬੀਅਤ ਟੀਵੀ ਤੇ ਆਪ ਜੀ ਦਾ ਸਵਾਗਤ ਹੈ। ਅੱਜ ਸਾਡੇ ਨਾਲ ਮੌਜੂਦ ਹਨ ਪ੍ਰਸਿੱਧ ਅਲਗੋਜ਼ਾ ਵਾਦਕ ਬਲਦੇਵ ਸਿੰਘ ਸੁਨਾਮੀ। ਉਹਨਾਂ ਨਾਲ ਆਪਾਂ ਮੁਲਾਕਾਤ ਕਰਾਂਗੇ। ਸਭ ਤੋਂ ਪਹਿਲਾਂ ਬਲਦੇਵ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਐਂ ਨੂੰ ਬਲਦੇਵ ਸਿੰਘ ਜੀ, ਆਪ ਜੀ ਦੇ ਨਾਲ ਅਲਗੋਜ਼ਿਆਂ ਦਾ ਕਲਚਰ ਜੁੜਿਆ ਹੋਇਆ, ਤੁਸੀਂ ਇਹਦੇ ਬਾਰੇ ਕੀ ਜਾਣਕਾਰੀ ਕਿ ਮੈਂ ਤੁਹਾਨੂੰ ਸ਼ੌਂਕ ਬਸ ਜੀ, ਸਾਡੇ ਨਾਲ ਕਲਚਰ ਜੁੜਿਆ ਹੈ। ਇਹ ਸਾਨੂੰ ਇੱਕ ਪਰਮਾਤਮਾ ਨੇ ਇੱਕ ਵਿਰਾਸਤ ਨਾਲ ਜੁੜਨ ਦਾ ਇੱਕ ਸ਼ੁਭ ਮੌਕਾ ਬਚਪਨ ਵਿੱਚ ਦਿੱਤਾ ਸੀ, ਉਹ ਅਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਹੈ, ਜਿਹੜਾ ਤੁਹਾਡੇ ਸਾਹਮਣੇ ਆ। ਤੁਸੀਂ ਇਹ ਸ਼ੁਰੂਆਤ ਕਿੱਥੋਂ ਹੋਈ ਤੁਹਾਡੀ? ਸ਼ੁਰੂਆਤ ਹੋਈ ਜੀ 5ਵੀਂ ਕਲਾਸ ਦੇ ਵਿਦਿਆਰਥੀ ਸੀ ਅਸੀਂ ਤੇ ਉਦੋਂ ਸਟੇਡੀਅਮ ਦੇ ਵਿੱਚ ਜਾਇਆ ਕਰਦੇ ਭੰਗੜਾ ਪਾਉਣ ਬੱਚੇ, ਤੇ ਸਟੇਡੀਅਮ ਦੇ ਵਿੱਚ ਸਾਨੂੰ ਵੀ ਇੱਕ ਭੰਗੜਾ ਪਾਉਣ ਦਾ ਮੌਕਾ ਮਿਲਿਆ, ਜਿਸ ਦੇ ਵਿੱਚ ਕੁਝ ਮੁੰਡੇ ਆਪਣਾ ਰਵਾਇਤੀ ਸਾਜ਼ ਚੱਕ ਕੇ ਖੜੇ ਸੀ ਤੇ ਜਿਨ੍ਹਾਂ ਸਾਜ਼ਾਂ ਵਿੱਚੋਂ ਮੇਰੇ ਹਿੱਸੇ ਅਲਗੋਜ਼ੇ ਆਏ ਜੀ। ਤੇ ਉਹ ਅਲਗੋਜ਼ੇ ਪਿੰਡ ਚੱਠੇ ਸੇਖਵਾਂ ਸਾਡੇ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ ਦੇ ਨੇੜੇ ਹੀ ਆ, ਤੇ ਉੱਥੋਂ ਦੇ ਇੱਕ ਮਾਸਟਰ ਜੀ ਸੀਗੇ ਸਤਪਾਲ ਸ਼ਰਮਾ ਜੀ, ਤੇ ਉਹ ਸ਼ਾਗਿਰਦ ਸੀਗੇ ਮੇਰੇ ਉਸਤਾਦ ਦੇ ਮੰਗਲ ਸਿੰਘ ਸੁਨਾਮੀ ਦੇ। ਉਹਨਾਂ ਨੇ ਮੇਰੇ ਹੱਥ ਵਿੱਚ ਅਲਗੋਜ਼ਿਆਂ ਦੀ ਜੋੜੀ ਫੜਾਈ ਤੇ ਮੈਨੂੰ ਕਿਹਾ ਵੀ ਤੈਂ ਸਿਰਫ ਮੂੰਹ ਦੇ ਵਿੱਚ ਅਲਗੋਜ਼ੇ ਫੜ ਕੇ ਰੱਖਣੇ ਨੇ ਤੇ ਤੇਰੀ ਇਹੀ ਡਿਊਟੀ ਆ। ਤੇ ਬਲਕਿ ਉਹਨਾਂ ਨੇ ਮੈਨੂੰ ਫੜਾ ਕੇ ਦਿੱਤਾ, ਮੈਂ ਵਜਾਉਂਦਾ ਵੀ ਰਿਹਾ ਤੇ ਜਦੋਂ ਮੈਂ ਇਹਨੂੰ ਵਜਾਇਆ ਕਰਾਂ ਤੇ ਮੇਰੇ ਸਾਰੇ ਪਿੰਡ ਦੇ ਲੂੰ ਖੜੇ ਹੋ ਜਾ ਕਰਨ। ਤੇ ਉਸ ਤੋਂ ਬਾਅਦ ਫਿਰ ਮੈਂ ਇਹ ਮਨ 'ਚ ਧਾਰ ਲਿਆ ਵੀ ਅਲਗੋਜ਼ੇ ਜ਼ਰੂਰ ਸਿੱਖਣੇ ਆ। ਤੇ ਫਿਰ ਮੈਂ ਘਰੇ ਆ ਕੇ ਮੇਰੇ ਪਿਤਾ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਆ ਕੇ ਦੱਸਿਆ, ਕਹਿੰਦਾ ਵੀ ਇਹ ਅਲਗੋਜ਼ੇ ਤਾਂ ਮੈਨੂੰ ਵੀ ਆਉਂਦੇ ਨੇ ਲੇਕਿਨ ਜ਼ਿਆਦਾ ਨਹੀਂ ਆਉਂਦੇ। ਸੁਨਾਮ ਵਿਖੇ ਗੂਗਾ ਮਾੜੀ ਜਹਾਰ ਪੀਰ ਬਾਬਾ ਜੀ ਦਾ ਮੇਲਾ ਭਰਦਾ ਹੁੰਦਾ ਸਾਲਾਨਾ, ਜਿਹੜਾ ਅੱਜ ਵੀ ਭਰਦਾ। ਤੇ ਉਹ ਫਿਰ ਅਸੀਂ ਮੇਰਾ ਫਾਦਰ ਸਾਹਿਬ ਮੈਨੂੰ 50 ਪੈਸਿਆਂ ਦੀਆਂ ਉੱਥੋਂ ਗੂਗੇ ਵਿੱਚੋਂ 2 ਜੋੜੀਆਂ ਲੈ ਕੇ ਦਿੱਤੀਆਂ, 50-50 ਪੈਸੇ ਦੀਆਂ। ਉਹ ਉਹਨਾਂ ਨੇ ਆਪਸ ਵਿੱਚ ਆਪਦੇ ਹਿਸਾਬ ਨਾਲ ਦੋਨੋਂ ਆਪਸ ਵਿੱਚ ਐਂ ਮੇਲ ਕੇ ਦੇਤੀਆਂ ਤੇ ਮੈਨੂੰ ਫਿਰ ਖੇਤ ਪ੍ਰੈਕਟਿਸ ਕਰਾਉਣੀ ਸ਼ੁਰੂ ਕਰਾਤੀ। ਤੇ ਜਦੋਂ ਮੱਝਾਂ ਚਰਿਆ ਕਰਨ, ਅਸੀਂ ਮੱਝਾਂ ਛੱਡ ਦਿਆ ਕਰੀਏ ਜੀ ਚਰਨ ਵਾਸਤੇ, ਤੇ ਮੈਂ ਇਹਦੀ ਪ੍ਰੈਕਟਿਸ ਕਰ ਲਿਆ ਕਰਾਂ। ਤੇ ਫਿਰ ਇੱਕ ਦਿਨ 15% 20% ਅਲਗੋਜ਼ੇ ਮੈਨੂੰ ਆਏ ਤੇ ਫਿਰ ਮੇਰੇ ਸ਼ਹਿਰ ਦੇ ਉੱਘੇ ਅਲਗੋਜ਼ਾ ਵਾਦਕ ਚੋਟੀ ਦੇ ਸੁਨਾਮ ਮੰਗਲ ਸਿੰਘ ਸੁਨਾਮੀ ਜੀ ਇੱਥੋਂ ਦੇ ਵਸਨੀਕ ਸੀਗੇ। ਉਹ ਮੇਰੇ ਫਾਦਰ ਸਾਹਿਬ ਦੇ ਬਹੁਤ ਪਿਆਰੇ ਨਜ਼ਦੀਕੀ ਮਿੱਤਰ ਸੀ। ਫਿਰ ਉਹਨਾਂ ਕੋਲੇ ਉਹ ਇੱਕ ਦਿਨ ਸਾਡੇ ਖੇਤ ਆਏ ਮੇਰੇ ਬਾਪੂ ਕੋਲ ਮਿਲਣ ਵਾਸਤੇ, ਤਾਂ ਉਹਨਾਂ ਨੇ ਆ ਕੇ ਪੁੱਛਿਆ ਵੀ ਸਰਦਾਰ ਜੀ ਇਹ ਮੁੰਡਾ ਕਿਹਦਾ? ਉਹ ਕਹਿੰਦੇ ਵੀ ਇਹ ਆਪਣਾ ਹੀ ਆ, ਵੀ ਇਹ ਅਲਗੋਜ਼ਿਆਂ ਨਾਲ ਮੱਥਾ ਮਾਰ ਰਿਹਾ। ਕਹਿੰਦਾ ਵੀ ਦੇਖੋ ਜਿੰਨੇ ਕੁ ਉਹਨੂੰ ਪਤਾ ਸੀ ਮੇਰੇ ਫਾਦਰ ਸਾਹਿਬ ਨੂੰ ਵੀ ਕਿੰਨੇ ਕੁ ਆਉਂਦੇ ਨੇ ਇਹਨਾਂ ਨੂੰ। ਉਹ ਕਹਿੰਦਾ ਵੀ ਜਿੰਨੇ ਕੁ ਸਰਦਾਰ ਜੀ ਤੁਹਾਨੂੰ ਆਉਂਦੇ ਸੀ
ਤੁਸੀਂ ਸਿਖਾਤੇ, ਹੁਣ ਤੁਸੀਂ ਇਹ ਬੱਚਾ ਮੈਨੂੰ ਦੇ ਦਿਓ। ਜੀ। ਉਸ ਤੋਂ ਬਾਅਦ ਉਹਨਾਂ ਨੇ ਤੁਹਾਡੀ ਕਿਸ ਤਰ੍ਹਾਂ ਟ੍ਰੇਨਿੰਗ ਦਿੱਤੀ? ਉਸ ਤੋਂ ਬਾਅਦ ਉਹਨਾਂ ਨੇ ਟ੍ਰੇਨਿੰਗ ਕੀ ਦਿੱਤੀ, ਉਹ ਇੱਕ ਜ਼ਬਰਦਸਤ ਅਲਗੋਜ਼ਾ ਵਾਦਕ ਸੀਗੇ ਜੀ। ਤੇ ਮੇਰਾ ਵੀ ਪ੍ਰੈਕਟਿਸ ਇੰਨੀ ਵਧੀਆ ਖੇਤ ਵਜਾ ਕੇ ਹੋ ਚੁੱਕੀ ਸੀ, ਤੇ ਉਹ ਮੈਨੂੰ ਜੋ ਦੱਸੀ ਜਾਂਦੇ ਸੀ ਤੇ ਉਹ ਮੈਨੂੰ ਇਸ ਤਰੀਕੇ ਨਾਲ ਅਰਦਾਸ ਕਰਕੇ, ਜਿਸ ਤਰ੍ਹਾਂ ਕੋਈ ਅਰਦਾਸ ਕਰਕੇ ਦੱਸਦੇ ਹੁੰਦੇ ਆ, ਬਸ ਉਹ ਮੈਨੂੰ ਦੱਸਦੇ ਸੀ, ਮੈਨੂੰ ਆ ਜਾਂਦੀ ਸੀ ਤੇ ਮੈਂ ਵਜਾ ਆਉਂਦਾ ਸੀ। ਮੈਂ ਤੁਹਾਨੂੰ ਸੁਣਾ ਲੋਕ ਧੁਨਾਂ ਅਲਗੋਜ਼ੇ ਵਾਲਿਆਂ ਦੀਆਂ, ਅਲਗੋਜ਼ਿਆਂ ਦੀਆਂ। ਕੁਝ ਅਲਗੋਜ਼ਿਆਂ ਦੀਆਂ ਵੰਨਗੀਆਂ ਲੋਕ ਬੋਲੀਆਂ ਪੇਸ਼ ਕਰ ਰਿਹਾ ਹਾਂ। ਮੈਂ ਬੜੀ ਛੇਤੀ ਅਲਗੋਜ਼ੇ ਸਿੱਖੇ ਤੇ ਉਹ ਗੁਰੂ ਉਹਨਾਂ ਨੇ ਕਿਰਪਾ ਕੀਤੀ ਸਾਰੀ। ਤੁਸੀਂ ਇਹ ਕਿੰਨੇ ਚਿਰ 'ਚ ਸਿਖਲਾਈ ਕਰ ਗਏ ਸੀ ਉਹਨਾਂ ਤੋਂ ਮੰਗਲ ਸਨਾਮ? ਦੇਖੋ ਜੀ, ਸਿਖਲਾਈ ਤਾਂ ਦੇਖੋ ਅੱਜ ਵੀ ਅਨੇਕਾਂ ਤਰ੍ਹਾਂ ਦੇ ਗੀਤ ਨਵੇਂ ਆਉਂਦੇ ਆ ਤੇ ਉਹਨਾਂ ਦੀ ਰੋਟੇਸ਼ਨ ਨਵੀਂ ਹੀ ਹੁੰਦੀ ਆ, ਤੇ ਉਹਨਾਂ ਨੇ ਮੇਰੀ ਜਿਹੜੀ ਹੈਗੀ ਆ, ਮੈਂ ਕਮ ਸੇ ਕਮ 86-87 ਦੇ ਵਿੱਚ ਮੈਂ ਉਹਨਾਂ ਨੂੰ ਪਗੜੀ ਰਸਮ ਜੋ ਉਸਤਾਦੀ ਸ਼ਾਗਿਰਦੀ ਕੀਤੀ ਆ, ਮੈਂ 86-87 'ਚ ਕਰ ਲਈ ਸੀ। ਤੁਸੀਂ ਇਹ ਅਲਗੋਜ਼ਿਆਂ ਦਾ ਸੰਗ੍ਰਹਿ ਰੱਖਿਆ ਹੈਗਾ, ਇਹ ਤੁਸੀਂ
ਇੰਨੇ ਕਿਉਂ ਰੱਖੇ ਹੈਗੇ ਆ ਜਦੋਂ ਇੱਕੋ ਤਰ੍ਹਾਂ ਦਾ ਸਾਜ਼ ਹੁੰਦਾ ਹੈਗਾ? ਇਹਦੇ ਬਾਰੇ ਚਾਨਣਾ ਪਾਉਂਗੇ? ਇਹਦੇ ਬਾਰੇ ਇਹ ਚਾਨਣਾ ਹੈ ਵੀ ਜਿੰਨੇ ਦੇਖੋ ਅਸੀਂ ਜਿੰਨੇ ਵੀ ਕਲਾਕਾਰ ਹੁੰਦੇ ਆ ਉਹਨਾਂ ਦੇ ਅਲੱਗ ਸੁਰ ਹੁੰਦੇ ਆ ਤੇ ਲੋੜੀਂਦਾ ਗਾਉਣ ਵਾਲੇ ਨੂੰ ਉਹ ਸੁਰ ਜ਼ਰੂਰ ਚਾਹੀਦਾ। ਉਹ ਇਹ ਨਹੀਂ ਪਤਾ ਹਾਰਮੋਨੀਅਮ ਦੇ ਇੱਥੋਂ ਗਾਵੇ ਕਿ ਇੱਥੋਂ ਗਾਵੇ ਕਿ ਇੱਥੋਂ ਗਾਵੇ। ਹੁਣ ਜਿਹੜਾ ਸੁਰ ਮੰਗੇਗਾ ਕੋਈ ਵੀ ਆਰਟਿਸਟ ਹੈ ਉਹਨੂੰ ਦੇਣਾ ਪੈਣਾ। ਇਸ ਕਰਕੇ ਇਹ ਸਾਰੇ ਅਲਗੋਜ਼ੇ ਮੇਰੇ ਹੱਥ ਦੇ ਬਣਾਏ ਆ, ਇਹ ਮੈਨੇ ਆਪ ਬਣਾਏ ਆ ਸਾਰੇ। ਕਿਉਂਕਿ ਜਦੋਂ ਕਿਤੇ ਦੁਕਾਨ ਤੋਂ ਖਰੀਦਦੇ ਸੀ ਉਹ ਜਿਹੜਾ ਅਸੀਂ ਸਵਰ ਸਮਝ ਕੇ ਮੁੱਲ ਖਰੀਦਦੇ ਸੀ ਉਹ ਘਰੇ ਆ ਕੇ ਕੁਝ ਹੋਰ ਬੋਲਦਾ ਸੀ ਤੇ ਉਹ ਫਿਰ ਆਪ ਬਣਾ ਕੇ ਇਹਦੇ ਨਾਲ ਸ਼ੁੱਧ ਕਰਕੇ ਤੇ ਸਾਰੇ ਤਕਰੀਬਨ ਮੈਂ 100 ਕੁ ਜੋੜੀ ਬਣਾਈ ਆ ਅਲਗੋਜ਼ਿਆਂ ਦੀ, ਜਿਹੜੀ ਮੇਰੇ ਕੋਲੇ ਹੁਣ ਇਸ ਵੇਲੇ ਮੌਜੂਦ ਹੈ। ਇਹ ਅਲਗੋਜ਼ਿਆਂ ਦੀਆਂ ਕਿਹੜੀਆਂ ਕਿਸਮਾਂ ਨੇ, ਕੋਈ ਦੱਸ ਸਕਦੇ ਹੋ? ਨਹੀਂ, ਇਹਨਾਂ ਦੀ ਕਿਸਮ ਤਾਂ ਇੱਕੋ ਹੀ ਹੈ, ਕਾਗਜ਼ੀ ਬਾਂਸ ਹੈ ਇਹਦੇ ਵਿੱਚ ਤੇ ਇਸ ਦੇ ਵਿੱਚ ਜਿਹੜਾ ਮੂੰਹ ਦੇ ਵਿੱਚ ਡੱਟ ਪੈਂਦਾ ਉਹ ਕਰੀਰ ਦੀ ਲੱਕੜ ਦਾ ਪੈਂਦਾ ਤੇ ਉਹ ਵੀ ਤਕਰੀਬਨ ਮੇਰਾ ਖਿਆਲ ਦੇ ਵਿੱਚ ਸਾਲ ਸੁੱਕੀ ਹੋਣੀ ਚਾਹੀਦੀ ਹੈ। ਜੇ ਤੁਸੀਂ ਗਿੱਲੀ ਲੱਕੜ ਪਾਤੀ ਤਾਂ ਜਦੋਂ ਮੌਸਮ ਚੇਂਜ ਹੋਏਗਾ ਤਾਂ ਉਹ ਲੱਕੜ ਦਾ ਵੀ ਜਿਹੜਾ ਡਾਇਆਮੀਟਰ ਚੇਂਜ ਹੋ ਜਾਏਗਾ ਤੇ ਉਹ ਜੇ ਸੁੰਗੜ ਗਿਆ ਤਾਂ ਉਹ ਆਪਣੇ ਆਪ ਨਿਕਲ ਕੇ ਬਾਹਰ ਗਿਰ ਜਾਏਗੀ। ਜਿਹੜੇ ਇਹ ਅਲਗੋਜ਼ ਆ ਤੁਸੀਂ ਇਹ ਵਜਾਉਂਦੇ ਹੈਗੇ ਜੀ, ਇਹ ਕਿੰਨੇ ਟਾਈਪ 'ਚ ਇਹ ਜਿਹੜਾ ਸੁਰੰਸ ਵਜਾਇਆ ਜਾਂਦਾ, ਕਿਹੜੀਆਂ ਨੇ? ਇਸ ਦੀਆਂ ਵੰਨਗੀਆਂ ਜਿਸ ਤਰ੍ਹਾਂ ਮਿਰਜ਼ਾ ਹੈ, ਜੁਗਣੀ ਹੈ, ਢੋਲ ਸੰਮੀ ਹੈ, ਦੁੱਲਾ ਭੱਟੀ ਹੈ, ਹੀਰ ਹੈ, ਕੌਲਾਂ ਹੈ ਤੇ ਸੋਹਣੀ ਮਹੀਵਾਲ ਦਾ ਘੜਾ ਹੈ, ਚਲੰਤ ਮਿਰਜ਼ਾ ਹੈ, ਢਾਈਏ ਦਾ ਮਿਰਜ਼ਾ ਹੈ, ਬੋਲੀਆਂ, ਲੋਕ ਬੋਲੀਆਂ, ਫੋਕ ਆਰਕੈਸਟਰੇ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਲੋਕ ਧੁਨਾਂ ਵੱਜਦੀਆਂ ਨੇ ਇਹਦੇ ਵਿੱਚ। ਬਾਕੀ ਸਾਡੇ ਪਿੰਡ ਨੇੜੇ ਚੱਠਿਆਂ ਦਾ, ਮਾਲਵੇ ਦਾ ਗਿੱਧਾ, ਲੋਕ ਧੁਨਾਂ ਇਸ ਦੇ ਵਿੱਚ ਬੜੀਆਂ ਗੱਜ ਵੱਜ ਕੇ ਵਰਤਦੀਆਂ ਨੇ। ਇਹ ਤੁਸੀਂ ਕਲਾਕਾਰ ਨਾਲ ਕਿਵੇਂ ਸੈਟਿੰਗ ਕਰਦੇ ਹੋ ਜਿਹੜੀ ਧੁਨਾਂ ਦੀ? ਉਹੀ ਜਿਹੜਾ ਰਾਗ ਦਾ ਗੀਤ ਹੁੰਦਾ ਉਹੀ ਰਾਗ ਇਹਦੇ ਵਿੱਚ ਪਲੇ ਕਰ ਦਿੰਦੇ ਜੀ। ਬਲਦੇਵ ਸਿੰਘ ਜੀ, ਜਿਹੜਾ ਇਹ ਤੁਸੀਂ ਲੱਗੇ ਹੋਏ ਹੋ, ਤੁਸੀਂ ਦਹਾਕਿਆਂ ਤੋਂ ਲੱਗੇ ਹੋਏ ਹੋ, ਤੁਹਾਡੀ ਪਰਿਵਾਰ ਕਿੰਨੀ ਕੁ ਹੈਲਪ ਕਰਦਾ ਹੈ? ਦੇਖੋ, ਪਰਿਵਾਰ ਦੀ ਹੈਲਪ ਨਾਲ ਹੀ ਇੱਥੇ ਤੱਕ ਪਹੁੰਚੇ ਹਾਂ। ਕਿਸ ਤਰ੍ਹਾਂ ਹੈਲਪ? ਉਹ ਜਦੋਂ ਵੀ ਮੈਂ ਕੋਈ ਸਾਜ਼ ਬਣਾਉਣਾ ਸਾਰੇ ਮੇਰੇ ਸਾਜ਼ ਬਣਾਉਣ 'ਚ ਮਦਦ ਕਰਦੇ ਨੇ। ਜਿਹੜੀ ਵੀ ਮੈਨੂੰ ਮੌਕੇ 'ਤੇ ਮੇਰੇ ਕੱਪੜੇ ਜਿਹੜੇ ਹੁੰਦੇ ਨੇ ਤਿਆਰ ਕਰਨ ਵਾਲੇ ਸਾਰੇ ਇਹਨਾਂ ਨੇ ਹੀ ਤਿਆਰ ਕਰਨੇ ਨੇ ਸਾਰੇ। ਉਹ ਜਿਹੜੇ ਵੀ ਕੋਈ ਵੀ ਕਿਸੇ ਵੀ ਕਿਸਮ ਹੁੰਦੀ ਆ, ਬਲਕਿ ਇਹ ਜਿਹੜੇ ਇਹ ਤਿਆਰ ਕੀਤੇ ਨੇ ਇਹ ਵੀ ਮੇਰੀ ਬੇਟੀ ਨੇ ਤਿਆਰ ਕਰਕੇ ਬੰਨੇ ਨੇ ਉਹਨਾਂ 'ਤੇ। ਇਹ ਮੈਂ ਸਵੇਰੇ ਦੁਕਾਨ ਤੋਂ ਲੈ ਕੇ ਆਇਆ ਤੇ ਇਹ ਮੈਂ ਸਵੇਰੇ ਮੇਰੀ ਬੇਟੀ ਨੇ ਬੰਨ ਕੇ ਦਿੱਤੇ ਨੇ ਹੁਣ। ਪਹੁੰਚਿਆ ਸੂਰਮਾ ਵਿੱਚ ਲੰਡਨ ਦੇ ਆਪਣਾ ਭੇਸ ਵਟਾ ਕੇ, ਬਈ ਲੰਡਨ ਦੇ ਵਿੱਚ ਲੈਕਚਰ ਕਰਦਾ ਹੋ, ਬਈ ਲੰਡਨ ਦੇ ਵਿੱਚ ਲੈਕਚਰ ਕਰਦਾ, ਡਾਇਰ ਸਭਾ ਬੁਲਾ ਕੇ, ਬਈ ਉਦਮ ਸਿੰਘ ਨੇ ਮਾਰੀ ਗੋਲੀ, ਉਦਮ ਸਿੰਘ ਨੇ ਮਾਰੀ ਗੋਲੀ, ਇੱਕ ਦਾ ਨਿਸ਼ਾਨਾ ਬਣਾ ਕੇ ਨਿਉਂਦਾ ਮੋੜ ਦਿੱਤਾ, 100 ਦਾ ਸਵਾ 100 ਪਾ ਕੇ ਨਿਉਂਦਾ ਮੋੜ ਦਿੱਤਾ, 100 ਦਾ ਸਵਾ 100 ਪਾ ਕੇ ਨਿਉਂਦਾ ਮੋੜ ਦਿੱਤਾ। ਇਕੱਠੇ ਹੋ ਕੇ ਲੋਕ ਪੰਜਾਬੀ ਨਿਤ ਸਕੀਮਾਂ ਘੜਦੇ, ਕਹਿੰਦੇ ਗੋਰੇ ਕਰਦੇ ਤੰਗ ਵੀਰ ਨੂੰ, ਗੋਰੇ ਕਰਦੇ ਤੰਗ ਵੀਰ ਨੂੰ, ਅਸੀਂ ਤਸੀਹੇ ਭਰਦੇ ਧੱਕਾ ਗੋਰੇ ਦਾ, ਹੁਣ ਨਾ ਵੀਰ ਨੂੰ ਜਰਦੇ ਧੱਕਾ ਗੋਰੇ ਦਾ, ਹੁਣ ਨਾ ਵੀਰ ਨੂੰ ਜਰਦੇ ਧੱਕਾ ਗੋਰੇ ਦਾ। ਬਲਦੇਵ ਸਿੰਘ ਜੀ, ਤੁਹਾਨੂੰ ਕਿਹੜੇ ਕੰਪੀਟੀਸ਼ਨਾਂ 'ਚ ਭਾਗ ਲੈਣ ਦਾ ਮੌਕਾ ਮਿਲਿਆ? ਕੰਪੀਟੀਸ਼ਨਾਂ ਦੇ ਵਿੱਚ ਜਿਹੜਾ ਮੈਨੂੰ ਭਾਗ ਲਿੱਤਾ ਵੀ ਮੈਂ 1985-86 ਤੋਂ ਬਾਅਦ ਜਿੰਨੇ ਵੀ ਕਾਲਜ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੈਂਦੇ ਨੇ ਜਾਂ ਕਿਸੇ ਹੋਰ ਯੂਨੀਵਰਸਿਟੀ 'ਚ ਪੈਂਦੇ ਨੇ, ਕਾਲਜਾਂ ਦੇ ਦੌਰਾਨ ਜਿੰਨੇ ਵੀ ਫੰਕਸ਼ਨ ਹੋਏ ਨੇ, ਯੂਥ ਫੈਸਟੀਵਲ, ਮੈਂ ਉਹਨਾਂ ਸਾਰਿਆਂ ਵਿੱਚ ਭਾਗ ਲੈਂਦਾ ਰਿਹਾ ਤੇ ਵਿਦਿਆਰਥੀਆਂ ਨਾਲ ਮੈਂ ਜਾਂਦਾ ਰਿਹਾ। ਚਾਹੇ ਉਹ ਕੁੜੀਆਂ ਹੁੰਦੀਆਂ, ਚਾਹੇ ਉਹ ਸੰਮੀ ਹੁੰਦੀ, ਚਾਹੇ ਉਹ ਲੋਕ ਗੀਤ ਹੁੰਦਾ, ਚਾਹੇ ਉਹ ਕੋਈ ਲੋਕ ਸਾਜ਼ ਹੁੰਦੇ, ਚਾਹੇ ਫੋਕ ਆਰਕੈਸਟਰਾ ਹੁੰਦਾ, ਮਲਵਈ ਗਿੱਧਾ ਹੁੰਦਾ, ਕੋਈ ਵੀ ਸਾਜ਼ ਹੁੰਦਾ, ਚਾਹੇ ਉਹ ਲੋਕ ਨਾਚ ਹੁੰਦਾ, ਭੰਗੜਾ ਹੁੰਦਾ, ਲੁੱਡੀ ਹੁੰਦੀ, ਕੋਈ ਵੀ ਸਾਜ਼ ਹੁੰਦਾ, ਮੈਂ ਉਹਨਾਂ ਸਾਜ਼ਾਂ ਨਾਲ
ਉਹਨਾਂ ਨਾਚਾਂ ਨਾਲ ਮੈਂ ਪਲੇ ਕਰਦਾ ਰਿਹਾ, ਅੱਜ ਤੱਕ ਕਰਦਾ ਆ ਰਿਹਾ। ਤੁਹਾਨੂੰ ਕੋਈ ਪੁਰਸਕਾਰ ਮਿਲੇ ਹੋਣ? ਕੋਈ ਜਾਣਕਾਰੀ? ਨਹੀਂ, ਕੋਈ ਪੁਰਸਕਾਰ ਨਹੀਂ ਹੈ। ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਕੋਈ ਕਲਚਰ ਦੀ ਸਾਂਭ ਸੰਭਾਲ ਲਈ ਜਾਂ ਉਹਨਾਂ ਦੇ ਕਲਾਕਾਰਾਂ ਲਈ ਕੋਈ ਕੀਤੇ ਹੋਣ, ਉਹਨਾਂ ਦੀ ਸਹਾਇਤਾ ਕਰਦੇ ਹੋ? ਉਹਨਾਂ ਨੇ ਸਾਡੀ ਸਹਾਇਤਾ ਜ਼ਰੂਰ ਕੀਤੀ ਸੀ। ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਨੇ ਜਦੋਂ ਮੈਂ ਇਹ ਅਲਗੋਜੇ ਸਿੱਖਿਆ ਤਾਂ ਉਹਨਾਂ ਨੇ ਉਦੋਂ ਇੱਕ ਸਕੀਮ ਚੱਲੀ ਸੀ, ਗੁਰੂਕੁਲ ਸਕੀਮ, ਵੀ ਇਹ ਅਲਗੋਜਾ ਸਾਜ਼ ਆ ਜਿਹੜਾ ਬਿਲਕੁਲ ਖਤਮ ਹੁੰਦਾ ਜਾ ਰਿਹਾ। ਉਹਨਾਂ ਨੇ ਮੇਰੇ ਉਸਤਾਦ ਨੂੰ ਕਿਹਾ ਸੀਗਾ, ਉਸਤਾਦ ਮੰਗਲ ਸਿੰਘ ਸੁਨਾਮੀ ਜੀ ਨੂੰ ਕਿਹਾ ਵੀ ਕੁਛ ਚੇਲੇ ਬਣਾਓ, ਵੀ ਇਹ ਅਲਗੋਜਾ ਜਿਹੜਾ ਸਾਜ਼ ਆ ਇਹ ਖਤਮ ਹੁੰਦਾ ਜਾ ਰਿਹਾ। ਤਾਂ ਫਿਰ ਉੱਥੋਂ ਸਾਨੂੰ ਅਲਗੋਜਿਆਂ ਦਾ 500 ਰੁਪਇਆ ਮਹੀਨਾ ਮੈਨੂੰ ਮਿਲਦਾ ਰਿਹਾ। ਉਹ ਦਿੰਦੇ ਰਹੇ ਵੀ ਇਹ ਅਲਗੋਜੇ ਬੱਚਾ ਜਿਹੜਾ ਹੈਗਾ ਅੱਗੇ ਅਲਗੋਜਿਆਂ ਨੂੰ ਵਧਾਊਗਾ, ਅਤੇ ਮੇਰੇ ਉਸਤਾਦ ਨੂੰ ਵੀ ਸਿਖਾਉਣ ਦੇ ਪੇਮੈਂਟ ਜਿਹੜੀ ਹੈਗੀ ਆ ਉਹ ਦਿੰਦੇ ਰਹੇ ਨਾਲ। ਇਹ ਪੇਮੈਂਟ ਕਿੰਨੀ ਕੁ ਹੁੰਦੀ? 500 ਰੁਪਇਆ ਮਹੀਨਾ ਹੁੰਦੀ ਸੀ ਤੁਹਾਡੇ ਖਰਚੇ ਦੇ ਮੁਤਾਬਕ ਜਾਂ ਹੋਰ? ਖਰ ਉਸ ਸਮੇਂ ਤਾਂ ਬਹੁਤ ਹੁੰਦੀ ਸੀ, ਉਸ ਸਮੇਂ ਤਾਂ ਬਹੁਤ ਹੁੰਦੀ ਸੀ। ਅਤੇ ਜਿਹਦੇ ਨਾਲ ਸਾਡਾ ਇੱਕ ਤੁਸੀਂ ਦੇਖ ਲਓ ਵੀ ਸਾਡੇ ਨਾਲ ਇੱਕ ਇੰਟਰਸਟ ਬਣਿਆ ਰਿਹਾ ਇਹਨਾਂ ਨਾਲ, ਕਿਉਂਕਿ ਅੱਜ ਕੱਲ੍ਹ ਥੋੜ੍ਹੇ ਤੱਕ ਰੁਜ਼ਗਾਰ ਦੀ ਪ੍ਰੋਬਲਮ ਹੋਣ ਕਰਕੇ ਤਾਂ ਜਦੋਂ ਕੁਝ ਬੱਚਿਆਂ ਨੂੰ ਨਹੀਂ ਬਣਦਾ ਤਾਂ ਬੱਚੇ ਉਹ ਕੰਮ ਹੀ ਛੱਡ ਜਾਂਦੇ। ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਤੁਸੀਂ ਅੱਜ ਕੱਲ੍ਹ ਕਿਵੇਂ ਕਲਚਰ ਕਰ ਰਹੇ ਹੋ? ਅੱਜ ਕੱਲ੍ਹ ਵੈਸੇ ਇਹੀ ਆ ਵੀ ਅਸੀਂ ਆਪਣਾ ਇਹ ਜਿਹੜਾ ਸ਼ੌਕ ਆ ਆਪਣੇ ਹਿਰਦੇ ਦੇ ਵਿੱਚ ਆਪਦੇ ਸ਼ੌਕ ਨਾਲ ਉਸਤਾਦ ਦੀ ਦਿੱਤੀ ਹੋਈ ਜਾਇਦਾਦ ਆ ਜਿਹੜੀ ਉਹ ਸਾਂਭੀ ਬੈਠੇ ਹਾਂ, ਅਤੇ ਅਸੀਂ ਆਪਦਾ ਇਹਦੇ ਨਾਲ ਜੁੜੇ ਹੋਏ ਹਾਂ। ਕਦੇ ਕੋਈ ਕਾਲਜ ਨੂੰ ਕੋਈ ਸਟੂਡੈਂਟ ਨੂੰ ਘਰੇ ਕੋਈ ਲੋਕ ਗੀਤ ਵਗੈਰਾ, ਕੋਈ ਗੀਤ ਵਗੈਰਾ, ਕੋਈ ਕੁਛ ਬੱਚਾ ਤਿਆਰ ਕਰਦਾ ਤਾਂ ਉਹ ਮੇਰੇ ਘਰ ਤੱਕ ਪਹੁੰਚ ਜਾਂਦਾ ਤਾਂ ਅਸੀਂ ਉਹਨੂੰ ਜ਼ਰੂਰ ਦੱਸ ਦਿੰਦੇ। ਸੁਨਾਮੀ ਜੀ, ਤੁਹਾਡਾ ਜ਼ਿੰਦਗੀ ਦਾ ਸਭ ਤੋਂ ਕੋਈ ਖੂਬਸੂਰਤ ਪਲ, ਕੋਈ ਯਾਦਗਾਰ ਹੋਵੇ ਫੰਕਸ਼ਨ? ਯਾਦਗਾਰ ਤਾਂ ਪਲ ਤਾਂ ਫੰਕਸ਼ਨ ਦਾ ਇਹੀ ਆ ਵੀ ਇੱਕ ਵਾਰ ਪੋਲੋ ਗਰਾਊਂਡ ਦੇ ਵਿੱਚ ਮੇਰਾ ਖਿਆਲ 'ਚ ਸ਼ਾਇਦ 1994 ਦੀ ਗੱਲ ਹੈ, ਉੱਥੇ ਅਲਗੋਜ਼ਿਆਂ ਦਾ ਕੰਪੀਟੀਸ਼ਨ ਹੋਇਆ ਸੀਗਾ ਅਤੇ ਢੋਲੀਆਂ ਦਾ ਵੀ ਕੰਪੀਟੀਸ਼ਨ ਹੋਇਆ ਸੀ, ਅਲਗੋਜ਼ਿਆਂ ਦਾ ਵੀ ਹੋਇਆ ਸੀ। ਅਤੇ ਜਿਸ ਦੇ ਨਾਲ ਮੈਂ ਉੱਥੇ ਮੰਗਲ ਉਸਤਾਦ ਜੀ ਸੁਨਾਮੀ ਜੀ ਮੈਨੂੰ ਕਹਿੰਦੇ ਵੀ ਤੈਂ ਵੀ ਜਾਣਾ ਉੱਥੇ। ਮੈਂ ਕਿਹਾ ਮੈਂ ਉਸਤਾਦ ਜੀ ਆਪਾਂ ਤਾਂ ਜਾਂਦੇ ਨਹੀਂ, ਵੀ ਮੈਂ ਤਾਂ ਬਹੁਤ ਛੋਟਾ, ਉੱਥੇ ਤਾਂ ਪੰਜਾਬ ਲੈਵਲ 'ਤੇ ਟ੍ਰਿਬਿਊਨ ਦੇ ਵਿੱਚ ਆਇਆ ਹੋਇਆ ਸਾਰੀ ਦੁਨੀਆ ਆਊਗੀ ਉੱਥੇ ਤਾਂ, ਵੀ ਚਲੋ ਵੀ ਮੈਂ ਤਾਂ ਨਹੀਂ ਜਾਵਾਂਗਾ। ਕਹਿੰਦਾ ਨਹੀਂ ਮੈਂ ਤੇਰੇ ਨਾਲ ਹੀ ਜਾਵਾਂਗਾ, ਮੈਂ ਤੈਨੂੰ ਵੀ ਲੈ ਕੇ ਜਾਵਾਂਗਾ, ਮੈਂ ਵੀ ਜਾਵਾਂਗਾ। ਅਤੇ ਉੱਥੇ ਜਦੋਂ ਕੰਪੀਟੀਸ਼ਨ ਹੋਇਆ ਬਹੁਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਲਗੋਜ਼ਿਆਂ ਨੇ ਅਲਗੋਜ਼ੇ ਵਜਾਏ ਅਤੇ ਮੈਂ ਉਹਨਾਂ ਸਾਰਿਆਂ ਨੂੰ ਸੁਣਦਾ ਰਿਹਾ। ਅਤੇ ਉਸਤਾਦ ਜੀ ਨੇ ਮੇਰਾ ਸਭ ਤੋਂ ਐਂਡ ਵਿੱਚ ਨਾਮ ਲਿਖਾਤਾ, ਅਤੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਉਹ ਚੀਜ਼ ਵਜਾਈ ਜੋ ਉਹਨਾਂ ਸਾਰਿਆਂ ਨੇ ਨਹੀਂ ਵਜਾਈ ਸੀ। ਅਤੇ ਉਹਦੇ ਵਿੱਚ ਜਦੋਂ ਰਿਜ਼ਲਟ ਆਇਆ ਅਤੇ ਮੇਰੇ ਮੰਗਲ ਉਸਤਾਦ ਜੀ ਦਾ ਨਾਮ ਪਹਿਲੇ ਨੰਬਰ 'ਤੇ ਅਤੇ ਮੇਰਾ ਦੂਜੇ ਨੰਬਰ 'ਤੇ। ਅੱਜ ਕੱਲ੍ਹ ਅਲਗੋਜਾ ਵਾਦਕ ਕਿੰਨੇ ਕੁ ਚੱਲ ਰਹੇ ਨੇ ਤੁਹਾਨੂੰ ਮਿਲਦੇ ਹੋਣਗੇ ਤੁਹਾਨੂੰ? ਹਾਂ, ਕੁਛ ਅਲਗੋਜਾ ਵਾਦਕ ਬਹੁਤ ਵਧੀਆ ਵਜਾਉਣ ਲੱਗ ਗਏ। ਉਹ ਵੀ ਇੱਕ ਕਾਲਜਾਂ ਦੀ ਦੇਣ ਹੈ, ਕਿਉਂਕਿ ਜਿਹੜੇ ਕਾਲਜਾਂ ਦੇ ਵਿੱਚ ਕੰਪੀਟੀਸ਼ਨ ਹੋ ਰਹੇ ਨੇ ਇਹ ਉਹਨਾਂ ਨੂੰ ਕਿਹਾ ਗਿਆ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਵਿਦਿਆਰਥੀ ਹੀ ਆਪਣੇ ਸਾਜ਼ ਖੁਦ ਪਲੇ ਕਰੇ। ਜਦੋਂ ਉਹ ਬੱਚਾ ਖੁਦ ਪਲੇ ਕਰਨ ਲੱਗ ਗਿਆ ਕਰਨ, ਇਹਦਾ ਮਤਲਬ ਜਿਹੜੀ ਹੈਗੀ ਆ ਇਹਦੀ ਪੈਦਾਇਸ਼ ਆ ਜਿਹੜੀ ਉਹ ਜਾਰੀ ਹੈ। ਕੀ ਇਹ ਕਾਲਜਾਂ ਤੋਂ ਬਿਨਾਂ ਕੋਈ ਹੋਰ ਵੀ ਅਲਗੋਜੇ ਵਾਦਕ ਹੈਗੇ ਨੇ? ਹਾਂ, ਬਹੁਤ ਅਲਗੋਜਾ ਵਾਦਕ ਨੇ, ਲੇਕਿਨ ਉਹ ਬੈਠੇ ਘਰ ਹੀ ਨੇ, ਕਿਉਂਕਿ ਫੰਕਸ਼ਨ ਤਾਂ ਹੈ ਨਹੀਂ, ਹੁਣ ਸੱਥਾਂ ਨਹੀਂ ਹੈ, ਹੁਣ ਕਿਤੇ ਮੇਲੇ ਨਹੀਂ ਲੱਗਦੇ, ਹੁਣ ਕਿਤੇ ਕੋਈ ਉਹ ਜੋਹਰ ਦਿਖਾਉਣ ਦਾ ਮੌਕਾ ਨਹੀਂ ਮਿਲਦਾ। ਇਹ ਸਾਜ਼ ਉਹ ਹੈ ਵੀ ਜਿਹੜਾ ਬਿਨਾਂ ਸਟੇਜ ਤੋਂ ਨਹੀਂ ਚੱਲਦਾ। ਕੀ ਤੁਹਾਨੂੰ ਕੋਈ ਪੰਜਾਬ ਤੋਂ ਬਾਹਰ ਵਾਸਤੇ ਜਾਂ ਵਿਦੇਸ਼ 'ਚ ਵੀ ਕੋਈ ਪਰਫਾਰਮੈਂਸ ਕਰਨ ਦੇ ਮੌਕੇ ਮਿਲੇ, ਬਹੁਤ ਮੌਕੇ ਮਿਲੇ, ਲੇਕਿਨ ਮੈਂ ਗਿਆ ਨਹੀਂ, ਕਿਉਂਕਿ ਮੈਂ DCW ਰੇਲਵੇ ਦਾ ਪਟਿਆਲੇ ਦਾ ਮੁਲਾਜ਼ਮ ਹਾਂ, ਇੰਪਲਾਈਜ਼ ਹਾਂ, ਅਤੇ ਇਸ ਕਰਕੇ ਵੀ ਮੁਲਾਜ਼ਮ ਹੋਣ ਕਰਕੇ ਮੈਂ ਕਿਤੇ ਜ਼ਿਆਦਾ ਲੰਬੀ ਦੌੜ ਨਹੀਂ ਪਾਈ। ਜਿਵੇਂ ਤੁਸੀਂ ਅਲਗੋਜਾ ਵਾਦਕ ਦੀ ਲੰਬੀ ਜ਼ਿੰਦਗੀ ਆ, ਇਸ ਦਾ ਭਵਿੱਖ ਤੁਸੀਂ ਕਿੱਦਾਂ ਦੇਖ ਰਹੇ ਹੈਗੇ ਹੋ ਵੀ ਇਹ ਉਜਵਲ ਆ ਜਾਂ ਇਹ ਘਾਟੇ 'ਚ ਜਾ ਰਿਹਾ ਹੈ? ਦੇਖੋ, ਅਸੀਂ ਤਾਂ ਇਹਨੂੰ ਉਜਵਲ ਹੀ ਕਹਾਂਗੇ ਜਾਂ ਘਾਟੇ 'ਚ ਰਿਹਾ। ਅਰਦਾਸ ਤਾਂ ਅਸੀਂ ਇਹੀ ਕਰਾਂਗੇ, ਕਿਉਂਕਿ ਇਹ ਵੀ ਕੋਈ ਨਾ, ਇਹ ਜੋ ਸਾਜ਼ ਨੇ ਇਹ ਕਿਸੇ ਬੰਦੇ ਦੇ ਬਣਾਏ ਨਹੀਂ ਹੈ, ਕਿਉਂਕਿ ਜਿੰਨੇ ਵੀ ਸਾਜ਼ ਨੇ ਇਹ ਸਾਡੇ ਪੀਰਾਂ ਪੈਗੰਬਰਾਂ ਨੇ ਵੀ ਵਜਾਏ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਵੀ ਰਬਾਬਾਂ ਵਜਾਈਆਂ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਰੰਦੇ ਵਜਾਏ ਨੇ, ਸਾਡੇ ਸਾਰੇ ਗੁਰੂ ਸਾਹਿਬਾਨਾਂ ਨੇ ਆਪੋ ਆਪਣੇ ਸਾਜ਼ ਵਜਾਏ ਨੇ। ਇਹ ਖਤਮ ਹੋਣ ਵਾਲੀ ਚੀਜ਼ ਤਾਂ ਹੈ ਨਹੀਂ, ਕਿਉਂਕਿ ਇਹ ਬੰਦੇ ਦੀ ਤੇ ਪੈਦਾ ਨਹੀਂ ਕੀਤੀ ਹੋਈ। ਇਹ ਸਾਰੇ ਸਾਜ਼ ਅਕਾਲ ਪੁਰਖ ਦੇ ਪੈਦਾ ਕੀਤੇ ਨੇ, ਇੱਦਾਂ ਹੀ ਚੱਲਦੇ ਰਹਿਣਗੇ, ਉਹਦੀ ਗੰਗਾ ਇੱਦਾਂ ਹੀ ਵਗਦੀ ਰਹਿਣੀ ਹੈ।
ਸੁਨਾਮੀ ਜੀ ਤੁਸੀਂ ਕੋਈ ਸ਼ਾਗਿਰਦ ਵੀ ਬਣਾਏ ਹੋਣੇ, ਤੁਸੀਂ ਕੋਈ ਸਿਖਲਾਇਆ ਹੋਵੇਗਾ ਜਾਂ ਕੋਈ ਪਰਿਵਾਰ ਵਿੱਚ ਕੋਈ ਅਲਗੋਜੇ ਵਾਦਕ ਹੋਵੇ, ਕੋਈ ਜਾਣਕਾਰੀ ਦਿਓਗੇ? ਹਾਂ, ਉਸ ਦੇ ਵਿੱਚ ਜਿਹੜਾ ਮੇਰਾ ਸ਼ਾਗਿਰਦ ਆ ਉਹ ਮੇਰਾ ਹੀ ਬੇਟਾ ਹੈ, ਜੋਬਨ ਸੁਨਾਮੀ, ਜਿਹੜਾ ਅੱਜ ਕੱਲ੍ਹ ਕੈਨੇਡਾ ਵਿਖੇ ਰਹਿ ਰਿਹਾ, ਅਤੇ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 3 ਵਾਰ ਆਲ ਇੰਡੀਆ ਇੰਟਰਨੈਸ਼ਨਲ ਗੋਲਡ ਵੀ ਪ੍ਰਾਪਤ ਕੀਤਾ ਇਸ ਤੂੰਬੇ ਅਤੇ ਅਲਗੋਜ਼ਿਆਂ ਦੇ ਵਿੱਚ। ਅੱਜ ਕੱਲ੍ਹ ਉਹ ਕੀ ਕਰ ਰਹੇ ਨੇ? ਅੱਜ ਕੱਲ੍ਹ ਉੱਥੇ ਟੋਰਾਂਟੋ 에ਅਰਪੋਰਟ ਦੇ ਵਿੱਚ ਸਿਕਿਉਰਿਟੀ ਦੀ ਡਿਊਟੀ ਕਰ ਰਹੇ ਨੇ। ਅੱਜ ਕੱਲ੍ਹ ਕੀ ਉਹ ਕਲਚਰ ਐਕਟੀਵਿਟੀਆਂ ਕਰ ਰਹੇ ਨੇ? ਜ਼ਬਰਦਸਤ, ਬਿਲਕੁਲ ਜ਼ਬਰਦਸਤ, ਪੂਰੀਆਂ। ਹਾਂ, ਇਹ ਸਨ ਬਲਦੇਵ ਸਿੰਘ ਸੁਨਾਮੀ ਜੀ, ਜਿਨ੍ਹਾਂ ਨੇ ਇੱਕ ਅਲਗੋਜਾ ਵਾਦਕ ਹੋਣ ਦੇ ਨਾਤੇ ਸਾਨੂੰ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਮਿਲਾਂਗੇ ਫਿਰ ਅਗਲੀ ਸ਼ਖਸੀਅਤ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।